ਹੈਲੋ ਸਟੂਡੈਂਟਸ, ਅੱਜ ਦੇ ਲੈਕਚਰ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਟੌਪਿਕ ਟਰੈਕਟਰ ਸਟੇਬਿਲਿਟੀ ਐਂਡ ਵੇਟ ਡਿਸਟ੍ਰੀਬਿਊਸ਼ਨ। ਇੰਪੋਰਟੈਂਟ ਟੌਪਿਕ ਹੈ ਤੁਹਾਡੇ ਲਈ। ਪਹਿਲੇ ਨਹੀਂ ਪੜ੍ਹਿਆ ਹੋਏਗਾ, ਪਹਿਲੇ ਤੁਸੀਂ ਬਸ ਥਿਓਰੈਟੀਕਲ ਨੌਲੇਜ ਇਹਦੇ ਬਾਰੇ ਪੜ੍ਹੀ ਹੋਏਗੀ। ਅੱਜ ਅਸੀਂ ਨਾਲ ਪ੍ਰੈਕਟੀਕਲੀ ਨੌਲੇਜ ਵੀ ਥੋੜ੍ਹੀ ਬਹੁਤੀ ਇਹਦੇ 'ਚ ਗੇਨ ਕਰਾਂਗੇ। ਟਰੈਕਟਰ ਸਟੇਬਿਲਿਟੀ ਐਂਡ ਵੇਟ ਡਿਸਟ੍ਰੀਬਿਊਸ਼ਨ ਵੀ ਮਤਲਬ ਜਦੋਂ ਟਰੈਕਟਰ ਰੋਡ 'ਤੇ ਚੱਲਦਾ ਹੈ ਉਹ ਸਟੇਬਲ ਕਿੱਦਾਂ ਰਹਿੰਦਾ ਹੈ ਅਤੇ ਟਰੈਕਟਰ ਦੇ ਵਿੱਚ ਅਸੀਂ ਵੇਟ ਨੂੰ ਕਿੱਦਾਂ ਡਿਸਟਰੀਬਿਊਟ ਕਰਦੇ ਹਾਂ। ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਟੌਪਿਕ ਹੈ ਉਹ ਹੈ ਜੀ ਸੈਂਟਰ ਆਫ ਗ੍ਰੈਵਿਟੀ। ਸੈਂਟਰ ਆਫ ਗ੍ਰੈਵਿਟੀ ਕੀ ਚੀਜ਼ ਹੈ? ਤੁਸੀਂ ਹਜੇ ਤੱਕ ਸੈਂਟਰ ਆਫ ਗ੍ਰੈਵਿਟੀ ਅਪਲਾਈਡ ਮਕੈਨਿਕਸ 'ਚ ਪੜ੍ਹੀ ਹੋਏਗੀ, ਸੌਮ 'ਚ ਪੜ੍ਹੀ ਹੋਏਗੀ, ਐਲੀਮੈਂਟਸ ਆਫ ਡਿਜ਼ਾਈਨ 'ਚ ਪੜ੍ਹੀ ਹੋਏਗੀ। ਬਟ ਹੁਣ ਆਪਾਂ ਇੱਥੇ ਸੈਂਟਰ ਆਫ ਗ੍ਰੈਵਿਟੀ ਜੋ ਸਟੱਡੀ ਕਰਦੇ ਹਾਂ ਉਹਦੇ ਅਕੋਰਡਿੰਗ ਸੈਂਟਰ ਆਫ ਗ੍ਰੈਵਿਟੀ ਕੀ ਹੈ? ਸੈਂਟਰ ਆਫ ਗ੍ਰੈਵਿਟੀ ਇੱਕ ਇੱਦਾਂ ਦਾ ਪੁਆਇੰਟ ਹੈ, ਇੱਥੇ ਮੈਂ ਸੈਂਟਰ ਆਫ ਗ੍ਰੈਵਿਟੀ ਸ਼ੋਅ ਕੀਤਾ ਹੈ, ਇਹ ਬਲੈਕ ਕਲਰ ਦਾ ਪੁਆਇੰਟ। ਕਹਿੰਦੇ ਸੈਂਟਰ ਆਫ ਗ੍ਰੈਵਿਟੀ ਇੱਕ ਇੱਦਾਂ ਦਾ ਪੁਆਇੰਟ ਹੈ ਜੇ ਇਸ ਪੁਆਇੰਟ ਦੇ ਅਲੋਂਗ ਅਸੀਂ ਕਿਸੇ ਚੀਜ਼ ਨੂੰ, ਹੁਣ ਆਪਾਂ ਟਰੈਕਟਰ ਦੀ ਗੱਲ ਕਰਦੇ ਪਏ ਹਾਂ, ਸੋ ਅਸੀਂ ਟਰੈਕਟਰ ਨੂੰ ਰੈਫਰੈਂਸ ਮੰਨ ਕੇ ਚੱਲਾਂਗੇ। ਇਹ ਮੰਨ ਲਓ ਸੈਂਟਰ ਆਫ ਗ੍ਰੈਵਿਟੀ ਦਾ ਪੁਆਇੰਟ ਹੈ। ਇਸ ਪੁਆਇੰਟ ਦੇ ਅਲੋਂਗ ਜੇ ਅਸੀਂ ਟਰੈਕਟਰ ਨੂੰ ਇੱਦਾਂ ਦੋ ਪਾਰਟ ਦੇ ਵਿੱਚ ਕੱਟ ਦਈਏ, ਇੱਕ ਪਾਰਟ ਉੱਪਰ ਚਲਾ ਗਿਆ, ਇੱਕ ਪਾਰਟ ਨੀਚੇ ਆ ਗਿਆ। ਜੇ ਅਸੀਂ ਇਸ ਪੁਆਇੰਟ ਦੇ ਅਲੋਂਗ ਇੱਦਾਂ ਟਰੈਕਟਰ ਨੂੰ ਕੱਟਦੇ ਹਾਂ ਅਤੇ ਅੱਧਾ ਵੇਟ ਜਿਹੜਾ ਟਰੈਕਟਰ ਦਾ ਉਹ ਉੱਪਰ ਵਾਲੇ ਪਾਰਟ 'ਚ ਆ ਜਾਵੇ, ਅੱਧਾ ਵੇਟ ਜਿਹੜਾ ਨੀਚੇ ਵਾਲੇ ਪਾਰਟ 'ਚ ਆ ਜਾਵੇ, ਉਸ ਪੁਆਇੰਟ ਨੂੰ ਅਸੀਂ ਕਹਿੰਦੇ ਹਾਂ ਸੈਂਟਰ ਆਫ ਗ੍ਰੈਵਿਟੀ। ਠੀਕ ਹੈ, ਚਾਹੇ ਆਪਾਂ ਇੱਦਾਂ ਕੱਟ ਦਈਏ, ਚਾਹੇ ਅਸੀਂ ਇਸ ਡਾਇਰੈਕਸ਼ਨ 'ਚ ਕੱਟ ਦਈਏ, ਚਾਹੇ ਅਸੀਂ ਇਸ ਡਾਇਰੈਕਸ਼ਨ 'ਚ ਕੱਟ ਦਈਏ। ਇਸ ਡਾਇਰੈਕਸ਼ਨ ਦਾ ਮਤਲਬ ਕੀ ਹੈ? ਜੇ ਆਪਾਂ ਟਰੈਕਟਰ ਨੂੰ ਫਰੰਟ ਤੋਂ ਦੇਖਦੇ ਹਾਂ ਨਾ, ਫਰੰਟ ਤੋਂ ਸੈਂਟਰ 'ਚੋਂ ਦੋ ਪਾਰਟ ਕਰ ਦਈਏ, ਇੱਕ ਲੈਫਟ ਪਾਰਟ ਹੋ ਗਿਆ, ਇੱਕ ਰਾਈਟ ਪਾਰਟ ਹੋ ਗਿਆ। ਉਹ ਪੁਆਇੰਟ ਜਿਹਦੇ ਅਲੋਂਗ ਚਾਹੇ ਅਸੀਂ ਟਰੈਕਟਰ ਨੂੰ ਇੱਦਾਂ ਕੱਟੀਏ, ਚਾਹੇ ਅਸੀਂ ਇੱਦਾਂ ਕੱਟੀਏ, ਚਾਹੇ ਫਰੰਟ ਤੋਂ ਦੋ ਪਾਰਟ ਦੇ ਵਿੱਚ ਕੱਟ ਦਈਏ, ਵੀ ਲੈਫਟ ਸਾਈਡ ਵਾਲੇ ਵੀਲਸ ਇੱਕ ਪਾਸੇ ਹੋ ਗਏ, ਰਾਈਟ ਸਾਈਡ ਵਾਲੇ ਵੀਲਸ ਇੱਕ ਪਾਸੇ ਹੋ ਗਏ, ਉਹਨੂੰ ਅਸੀਂ ਕਹਿੰਦੇ ਹਾਂ ਸੈਂਟਰ ਆਫ ਗ੍ਰੈਵਿਟੀ। ਮਤਲਬ ਸੈਂਟਰ ਆਫ ਗ੍ਰੈਵਿਟੀ ਇੱਕ ਪੁਆਇੰਟ ਹੈ। ਕਾਹਦਾ ਪੁਆਇੰਟ? ਇਕੁਅਲ ਵੇਟ ਡਿਸਟਰੀਬਿਊਸ਼ਨ ਦਾ। ਕੀ ਲਿਖਦੇ ਹੋ? ਸੈਂਟਰ ਆਫ ਗ੍ਰੈਵਿਟੀ ਇਜ਼ ਡਿਫਾਈਨਡ ਐਜ਼ ਦੀ ਪੁਆਇੰਟ ਆਫ ਇਕੁਅਲ ਵੇਟ ਡਿਸਟਰੀਬਿਊਸ਼ਨ। ਸੈਂਟਰ ਆਫ ਗ੍ਰੈਵਿਟੀ ਕੀ ਹੈ? ਸੈਂਟਰ ਆਫ ਗ੍ਰੈਵਿਟੀ ਇੱਕ ਪੁਆਇੰਟ ਹੈ। ਕਾਹਦਾ ਪੁਆਇੰਟ? ਇਕੁਅਲ ਵੇਟ ਡਿਸਟਰੀਬਿਊਸ਼ਨ ਦਾ। ਬਈ ਜਿੱਥੇ ਵੇਟ ਨੂੰ ਅਸੀਂ ਇਕੁਅਲੀ ਡਿਸਟਰੀਬਿਊਟ ਕਰ ਸਕਦੇ ਹਾਂ, ਇਕੁਅਲੀ ਵੰਡ ਸਕਦੇ ਹਾਂ। ਦਿਸ ਮੀਨਸ ਦੈਟ, ਇਹਦਾ ਮਤਲਬ ਕੀ ਹੋਇਆ? 50% ਆਫ ਦੀ ਟਰੈਕਟਰਸ ਵੇਟ ਇਜ਼ ਡਿਸਟਰੀਬਿਊਟਿਡ ਇਨ ਫਰੰਟ ਆਫ ਦਿਸ ਪੁਆਇੰਟ ਐਂਡ 50% ਬਿਹਾਈਂਡ। ਵੀ ਜੇ ਆਪਾਂ ਇਹ ਪੁਆਇੰਟ ਦੀ ਗੱਲ ਕਰਦੇ ਹੋਏ ਵੀ ਸੈਂਟਰ ਆਫ ਗ੍ਰੈਵਿਟੀ ਪੁਆਇੰਟ ਇਹ ਵੇ, ਜੇ ਆਪਾਂ ਇਹਨੂੰ ਉੱਥੋਂ ਕੱਟਾਂਗੇ ਅਤੇ 50% ਜਿਹੜਾ ਵੇਟ ਹੈ ਉਹ ਇਸ ਪੁਆਇੰਟ ਦੇ ਅੱਗੇ ਹੋਏਗਾ, 50% ਜਿਹੜਾ ਵੇਟ ਹੈ ਉਹ ਇਸ ਪੁਆਇੰਟ ਦੇ ਪਿੱਛੇ ਹੋਏਗਾ। ਜੇ ਅਸੀਂ ਪਿੱਛੇ ਦੀ ਗੱਲ ਕਰਾਂਗੇ, ਇੱਥੇ 50% ਪੁਆਇੰਟ, ਇੱਥੇ ਵੇਟ ਆ ਗਿਆ, ਇੱਥੇ ਵੀ 50% ਵੇਟ ਆ ਗਿਆ। ਦਿਸ ਸੇਮ ਪ੍ਰਿੰਸੀਪਲ ਅਪਲਾਈਜ਼ ਫਰੋਮ ਸਾਈਡ ਟੂ ਸਾਈਡ ਐਂਡ ਟੋਪ ਟੂ ਬੋਟਮ। ਜੇ ਅਸੀਂ ਟੋਪ ਟੂ ਬੋਟਮ ਦੀ ਗੱਲ ਕਰਦੇ ਹਾਂ ਤਾਂ ਵੀ ਸੇਮ ਪ੍ਰਿੰਸੀਪਲ ਅਪਲਾਈਜ਼ ਹੋਏਗਾ। ਜੇ ਅਸੀਂ ਫਰੰਟ ਤੋਂ ਸੈਂਟਰ 'ਚੋਂ ਕੱਢ ਦਿੰਦੇ ਹਾਂ ਅਤੇ ਸਾਈਡ ਟੂ ਸਾਈਡ ਵੀ ਸੇਮ ਪ੍ਰਿੰਸੀਪਲ ਅਪਲਾਈ ਹੋਏਗਾ। ਸੋ ਸੈਂਟਰ ਆਫ ਗ੍ਰੈਵਿਟੀ ਕੀ ਹੋ ਗਿਆ? ਸੈਂਟਰ ਆਫ ਗ੍ਰੈਵਿਟੀ ਇੱਕ ਇੱਦਾਂ ਦਾ ਪੁਆਇੰਟ ਹੋ ਗਿਆ ਜਿੱਥੇ ਵੇਟ ਨੂੰ ਅਸੀਂ ਇਕੁਅਲੀ ਡਿਸਟਰੀਬਿਊਟ ਕਰਦੇ ਪਏ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਪੁਆਇੰਟ ਆਫ ਇਕੁਅਲ ਵੇਟ ਡਿਸਟਰੀਬਿਊਸ਼ਨ। ਮਤਲਬ ਉਸ ਪੁਆਇੰਟ ਤੋਂ ਉੱਪਰ ਅੱਧਾ ਵੇਟ ਹੋਏਗਾ, ਨੀਚੇ ਅੱਧਾ ਵੇਟ ਹੋਏਗਾ। ਜੇ ਖੱਬੇ ਸੱਜੇ ਦੀ ਗੱਲ ਕਰਦੇ ਹਾਂ ਤਾਂ ਵੀ 50% ਵੇਟ ਖੱਬੇ ਪਾਸੇ, 50% ਵੇਟ ਸੱਜੇ ਪਾਸੇ। ਇੱਥੋਂ ਚਾਹੇ ਕੱਟ ਦਈਏ, ਚਾਹੇ ਇੱਥੋਂ ਕੱਢ ਦਈਏ, ਚਾਹੇ ਅਸੀਂ ਫਰੰਟ ਤੋਂ ਕੱਢ ਦਈਏ। ਅੱਧਾ ਵੇਟ ਇੱਕ ਸਾਈਡ 'ਤੇ, ਅੱਧਾ ਵੇਟ ਦੂਜੀ ਸਾਈਡ 'ਤੇ ਆ ਜਾਏਗਾ, ਉਹਨੂੰ ਅਸੀਂ ਕਹਿੰਦੇ ਹਾਂ ਸੈਂਟਰ ਆਫ ਗ੍ਰੈਵਿਟੀ। ਇਹਨੂੰ ਹੁਣ ਡੈਫੀਨੇਸ਼ਨ ਨੂੰ ਯਾਦ ਰੱਖਿਓ, ਸੈਂਟਰ ਆਫ ਗ੍ਰੈਵਿਟੀ ਕੀ ਚੀਜ਼ ਹੈ। ਸੈਂਟਰ ਆਫ ਗ੍ਰੈਵਿਟੀ ਤੋਂ ਬਾਅਦ ਆ ਜਾਂਦਾ ਜੀ ਬੇਸ ਆਫ ਸਟੇਬਿਲਿਟੀ। ਬੇਸ ਆਫ ਸਟੇਬਿਲਿਟੀ ਕੀ ਚੀਜ਼ ਹੈ? ਹੁਣ ਆਪਾਂ ਟਰੈਕਟਰ ਦੀ ਗੱਲ ਹੀ ਕਰਾਂਗੇ। ਇਹ ਮੰਨ ਲਓ ਟਰੈਕਟਰ ਹੈ, ਟਰੈਕਟਰ ਦੇ 4 ਵੀਲ ਨੇ, ਇੱਕ ਵੀਲ ਇੱਧਰ ਹੈ, ਇੱਕ ਵੀਲ ਇੱਧਰ ਹੈ, ਇੱਦਾਂ ਹੀ ਇੱਕ ਵੀਲ ਉੱਧਰ ਹੈ ਦੂਸਰੀ ਸਾਈਡ 'ਤੇ, ਅੱਗੇ ਵਾਲਾ ਵੀ ਅਤੇ ਪਿੱਛੇ ਵਾਲਾ ਵੀ। ਜਿੱਥੇ ਜਿੱਥੇ ਟਰੈਕਟਰ ਦੇ ਵੀਲ ਜਿਹੜੇ ਨੇ ਉਹ ਗਰਾਊਂਡ ਨੂੰ ਟੱਚ ਕਰਦੇ ਪਏ ਨੇ, ਇੱਕ ਇੱਥੇ, ਇੱਕ ਇੱਥੇ, ਇੱਕ ਇੱਥੇ, ਇੱਕ ਇੱਥੇ, ਇਹ 4 ਜਗ੍ਹਾ 'ਤੇ ਗਰਾਊਂਡ ਨੂੰ ਟੱਚ ਕਰਨਗੇ। ਜੇ ਅਸੀਂ ਉਹਨਾਂ 4 ਪੁਆਇੰਟਸ ਨੂੰ ਆਪਸ ਦੇ ਵਿੱਚ ਜੋੜ ਦਈਏ ਅਤੇ ਜਿਹੜਾ ਇੱਕ ਸ਼ੇਪ ਬਣਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਬੇਸ ਆਫ ਸਟੇਬਿਲਿਟੀ। ਚਾਹੇ ਅਸੀਂ ਕਾਰ ਦੀ ਗੱਲ ਕਰੀਏ, ਕਾਰ ਦੇ ਵਿੱਚ ਵੀ 4 ਵੀਲਸ ਨੇ, ਉਹ 4 ਵੀਲਸ ਗਰਾਊਂਡ ਨੂੰ ਜਿੱਥੇ ਜਿੱਥੇ ਟੱਚ ਕਰਦੇ ਪਏ ਨੇ ਉੱਥੇ ਉੱਥੇ ਨਿਸ਼ਾਨ ਲਗਾ ਕੇ ਆਪਾਂ ਜੇ ਆਪਸ 'ਚ ਇੱਕ ਲਾਈਨ ਬਣਾ ਕੇ ਜੋੜ ਦਈਏ ਉਹਨੂੰ, ਅਤੇ ਉਹਨੂੰ ਅਸੀਂ ਕਹਾਂਗੇ ਬੇਸ ਆਫ ਸਟੇਬਿਲਿਟੀ। ਟਰੈਕਟਰ ਦੇ ਵਿੱਚ ਬੇਸ ਆਫ ਸਟੇਬਿਲਿਟੀ ਜ਼ਿਆਦਾ ਹੋਏਗਾ,
ਕਾਰ ਦੇ ਵਿੱਚ ਬੇਸ ਆਫ ਸਟੇਬਿਲਿਟੀ ਘੱਟ ਹੋਏਗਾ। ਮੋਟਰਸਾਈਕਲ ਦੀ ਗੱਲ ਕਰਾਂਗੇ, ਉਹਦੇ 'ਚ ਬੇਸ ਆਫ ਸਟੇਬਿਲਿਟੀ ਹੋਰ ਘੱਟ ਹੋਏਗੀ। ਸਕੂਟਰ ਦੇ ਵਿੱਚ ज़्यादा होएगी मोटरसाइकिल नालों। साइकिल की गल करांगे, उहदे बेस ऑफ स्टेबिलिटी होर घट होएगा। जिद्दां जिद्दां नंबर ऑफ व्हील्स घटते जाते हैं उद्दां उद्दां बेस ऑफ स्टेबिलिटी घटता जाता है। व्हील्स किन्ने चौड़े ने वो भी डिसाइड करते हैं बेस ऑफ स्टेबिलिटी किन्नी होएगी। सो जिथे वहीकल दे टायर ग्राउंड नूं टच करते पे ने, जे असीं उन्हां चारां पॉइंट्स नूं आपस च जोड़ दईए तो जिहड़ी शेप बनती है उन्होंने असीं कहने आ बेस ऑफ स्टेबिलिटी। जिहड़ा एरिया बनता उन्होंने असीं कहने आ बेस ऑफ स्टेबिलिटी। बेस ऑफ स्टेबिलिटी इज़ डिफाइंड एज द एरिया विद इन दी पॉइंट्स वेयर दी ट्रैक्टर्स व्हील कॉन्टैक्ट दी ग्राउंड। ट्रैक्टर दे व्हील ग्राउंड दे नाल जिथे कॉन्टैक्ट बनाते हैं उस कॉन्टैक्ट दे विच जिहड़ा एरिया आ गया उन्होंने असीं कहने आ बेस ऑफ स्टेबिलिटी। The base of stability depends upon the front and rear wheel spacing and axle to axle spacing। कहते जी बेस ऑफ स्टेबिलिटी है ना वो डिपेंड कि करती है भी जोड़े फ्रंट वाले व्हील ने वो एक दूजे तो किन्नी दूर ने, रीयर वाले जोड़े व्हील ने वो एक दूजे तो किन्नी दूर ने, मतलब उन्होंने किन्नी स्पेस है। जे आप फ्रंट वाले दो व्हील्स की गल करते पे हैं तो उन्होंने किन्नी स्पेस है एक दूजे के विचकार। जे रीयर वाले पॉइंट्स की गल करते पे हैं, रीयर वाले व्हील की गल करते पे हैं तो उन्होंने किन्नी स्पेस है। दो एक चीज़ है होगी, दूजी चीज़ की है भी है रीयर एक्सल है वे फ्रंट एक्सल। रीयर एक्सल तो फ्रंट एक्सल कितनी दूर है ये तो भी डिपेंड करेगा। ठीक है जी, रीयर एक्सल तो लैके रीयर एक्सल है, रीयर एक्सल तो फ्रंट एक्सल कितनी दूर है एक तो वो डिपेंड करेगा। दूजा कि डिपेंड करेगा भी जोड़ा फ्रंट व्हील है, दो फ्रंट ते व्हील लगे ने उन्होंने स्पेस कितनी है, रीयर ते भी दो व्हील लगे ने उन्होंने भी जगह कितनी खाली है। इस चीज़ पर डिपेंड करती है बेस ऑफ स्टेबिलिटी। नैक्सट आंदा जी फिजिक्स ऑफ ट्रैक्टर स्टेबिलिटी। भी जो ट्रैक्टर स्टेबिलिटी है वह प्रिंसीपल की है, वह फिजिक्स की है। ए ट्रैक्टर कैन रोल ओवर टू दी रियर और टू दी साइड वैन इट्स सेंटर ऑफ ग्रैविटी इज़ डिसप्लेसड आउटसाइड इट्स बेस ऑफ स्टेबिलिटी। हुणे आपां डिस्कस किया है भी जिथे ट्रैक्टर दे व्हील जिहड़े ने वो ग्राउंड नूं टच करते हैं उत्थे बनता बेस ऑफ स्टेबिलिटी। यह ट्रैक्टर का एक व्हील, यह ट्रैक्टर का दूसरा व्हील, यह ग्राउंड नूं इत्थे टच करते पे ने, इत्थे बनता पाया बेस ऑफ स्टेबिलिटी। मतलब इदा बनेगा बेस ऑफ स्टेबिलिटी क्योंकि अगे भी व्हील है ना, इत्थे बेस ऑफ स्टेबिलिटी बनता पाया। ठीक है जी, इदा कुछ इस तरह का बेस ऑफ स्टेबिलिटी बनेगा क्योंकि अगे भी दो व्हील्स ने पिछे भी दो व्हील्स ने। यह जिहड़ा ग्रे कलर दे विच नीचे शो किया गया इनू असीं शो करते पे हाँ बेस ऑफ स्टेबिलिटी का एरिया। ये हूँ ट्रैक्टर का सेंटर ऑफ ग्रैविटी पॉइंट है, इत्थे करके जी ट्रैक्टर का सेंटर ऑफ ग्रैविटी पॉइंट इन्होंने मैंशन किया, इत्थे शो किया भी यह जो ब्लैक कलर का पॉइंट है ना यह है सेंटर ऑफ ग्रैविटी। वो कहते जिन्नी देर तक सेंटर ऑफ ग्रैविटी का जोड़ा पॉइंट है वो बेस ऑफ स्टेबिलिटी के अंदर रहेगा, वह परछावां वही प्रोजैक्शन इत्थों जे आप परपेंडिकुलर मारन की कोशिश करते हैं तो वह परपेंडिकुलर जोड़ा है वो बेस ऑफ स्टेबिलिटी के अंदर आता पाया। कहते जिन्नी देर तक सेंटर ऑफ ग्रैविटी पॉइंट की प्रोजैक्शन जी है वो बेस ऑफ स्टेबिलिटी के अंदर रहेगी उन्नी देर तक ट्रैक्टर जोड़ा है वो नहीं पलटेगा। जिद्दां ही सेंटर ऑफ ग्रैविटी का पॉइंट या वो प्रोजैक्शन बेस ऑफ स्टेबिलिटी चों बाहर जाएगी तो ट्रैक्टर साडा पलट जाएगा। अनसेफ जोन के जो आ गई बेस सेंटर ऑफ ग्रैविटी ट्रैक्टर साडा पलट जाएगा। जो तक सेफ जोन च रहेगी उन्नी देर तक ट्रैक्टर जोड़ा नहीं पलटेगा। हुण जिहड़ा उहनूं ट्रैक्टर नूं पलटन नूं असीं कहने रोल ओवर। रोल ओवर ठीक है जी। रोल ओवर दो तरह का होंदा, या तो रीयर या साइड, या तो ट्रैक्टर पिछे नूं पलटदा है या ट्रैक्टर साइड नूं पलटदा है। ठीक है जी, दोनों बारे आपां पढ़ांगे अगे। एक गल नूं माइंड च रख लो, जां ट्रैक्टर पिछे नूं पलटेगा जां ट्रैक्टर एक साइड नूं पलटेगा। कदों पलटेगा? जदों सेंटर ऑफ ग्रैविटी जिहड़ी है वो डिसप्लेस हो जाएगी, बाहर निकल जाएगी आउटसाइड दी। मतलब डिसप्लेसड आउटसाइड का मतलब की है बाहर निकलना। किहदे चों बाहर निकलना? बेस ऑफ स्टेबिलिटी चों। यह बेस ऑफ स्टेबिलिटी है, ये विचों जो सेंटर ऑफ ग्रैविटी बाहर निकल गई तो उदों की होएगा ट्रैक्टर जिहड़ा है वो पलटना स्टार्ट कर देगा। एज लॉन्ग एज ट्रैक्टर इज ऑपरेटेड सो दैट इट्स सेंटर ऑफ ग्रैविटी इज विद इन द बेस ऑफ स्टेबिलिटी द ट्रैक्टर विल नॉट रोल ओवर।
ਜਿੰਨੀ ਦੇਰ ਤੱਕ ਅਸੀਂ ਟਰੈਕਟਰ ਨੂੰ ਇੱਦਾਂ ਡਰਾਈਵ ਕਰਦੇ ਰਵਾਂਗੇ ਵੀ ਟਰੈਕਟਰ ਦੀ ਜਿਹੜੀ ਸੈਂਟਰ ਆਫ ਗ੍ਰੈਵਿਟੀ ਹੈ ਉਹ ਬੇਸ ਆਫ ਸਟੇਬਿਲਿਟੀ 'ਚੋਂ ਬਾਹਰ ਨਾ ਨਿਕਲੇ, ਉਨੀ ਦੇਰ ਤੱਕ ਟਰੈਕਟਰ ਜਿਹੜਾ ਉਹ ਨਹੀਂ ਪਲਟੇਗਾ ਅਤੇ ਸਹੀ ਤਰ੍ਹਾਂ ਚੱਲਦਾ ਰਹੇਗਾ, ਸਹੀ ਤਰ੍ਹਾਂ ਕੰਮ ਕਰਦਾ ਰਹੇਗਾ। ਬਟ ਜਿੱਦਾਂ ਹੀ ਉਹ ਪੁਆਇੰਟ ਸੈਂਟਰ ਆਫ ਗ੍ਰੈਵਿਟੀ ਦਾ ਪੁਆਇੰਟ ਬੇਸ ਆਫ ਸਟੇਬਿਲਿਟੀ 'ਚੋਂ ਬਾਹਰ ਆਇਆ, ਉਦੋਂ ਟਰੈਕਟਰ ਨੇ ਪਲਟਣਾ ਹੀ ਪਲਟਣਾ। ਪਹਿਲੇ ਆਪਾਂ ਗੱਲ ਕਰਦੇ ਹਾਂ ਸਾਈਡ ਰੋਲ ਓਵਰ ਦੀ। ਇਹ ਤੁਸੀਂ ਦੇਖ ਸਕਦੇ ਹੋ ਵੀ ਜਿੱਦਾਂ ਹੀ ਇਹ ਸੈਂਟਰ ਆਫ ਗ੍ਰੈਵਿਟੀ ਦਾ ਜਿਹੜਾ ਪੁਆਇੰਟ ਸੀਗਾ, ਉਹਦੀ ਜਿਹੜੀ ਪਰਪੈਂਡੀਕੂਲਰ ਸੀਗਾ, ਉਹਦੀ ਜਿਹੜੀ ਪ੍ਰੋਜੈਕਸ਼ਨ ਸੀਗੀ, ਉਹ ਜਿੱਦਾਂ ਹੀ ਇਹ ਬੇਸ ਆਫ ਸਟੇਬਿਲਿਟੀ ਦੇ ਵਿੱਚੋਂ ਬਾਹਰ ਨਿਕਲੀ, ਬਲੈਕ ਜ਼ੋਨ ਯਾਨੀ ਕਿ ਅਨਸੇਫ ਜ਼ੋਨ ਦੇ ਵਿੱਚ ਆਈ, ਨਾਲੇ ਹੀ ਟਰੈਕਟਰ ਜਿਹੜਾ ਸੀਗਾ ਉਹ ਸਾਈਡ ਨੂੰ ਪਲਟ ਗਿਆ। ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਸਾਈਡ ਰੋਲ ਓਵਰ। ਠੀਕ ਹੈ, ਜਦੋਂ ਟਰੈਕਟਰ ਇੱਕ ਸਾਈਡ ਨੂੰ ਡਿੱਗਦਾ ਉਹਨੂੰ ਅਸੀਂ ਸਾਈਡ ਰੋਲ ਓਵਰ ਕਹਿੰਦੇ ਹਾਂ। ਅਬਾਊਟ 85% ਆਫ ਆਲ ਟਰੈਕਟਰ ਰੋਲ ਓਵਰਸ ਆਰ ਦੀ ਸਾਈਡ ਰੋਲ ਓਵਰਸ। ਕਹਿੰਦੇ 85% ਚਾਂਸ ਕੀ ਹੁੰਦੇ ਨੇ ਟਰੈਕਟਰ ਜਦੋਂ ਪਲਟਦਾ ਉਦੋਂ 85% ਚਾਂਸ ਕੀ ਹੁੰਦੇ ਨੇ ਵੀ ਟਰੈਕਟਰ ਨੇ ਸਾਈਡ 'ਤੇ ਹੀ ਪਲਟਣਾ, ਰੀਅਰ ਸਾਈਡ 'ਤੇ ਨਹੀਂ ਪਲਟਣਾ, ਪਿੱਛੇ ਨੂੰ ਨਹੀਂ ਪਲਟਦਾ। ਟਰੈਕਟਰ ਜਦੋਂ ਵੀ ਪਲਟਦਾ ਇੱਕ ਸਾਈਡ ਨੂੰ ਪਲਟਦਾ, ਪਿੱਛੇ ਨੂੰ ਨਹੀਂ ਪਲਟਦਾ। 85% ਚਾਂਸ ਇਹੀ ਹੋਣਗੇ। ਜਦੋਂ ਤੁਸੀਂ ਕਿਤੇ ਸੁਣੋਗੇ ਵੀ ਟਰੈਕਟਰ ਪਲਟ ਗਿਆ ਅਤੇ ਉਹਦੇ 'ਚੋਂ 85% ਚਾਂਸ ਇਹੀ ਹੋਣਗੇ ਵੀ ਟਰੈਕਟਰ ਜਿਹੜਾ ਉਹ ਸਾਈਡ 'ਤੇ ਪਲਟਿਆ, ਰੀਅਰ ਸਾਈਡ 'ਤੇ ਟਰੈਕਟਰ ਘੱਟ ਪਲਟਦਾ। ਦੀ ਮੇਜਰ ਕੋਜ਼ਿਜ਼ ਆਫ ਸਾਈਡ ਰੋਲ ਓਵਰਸ ਆਰ, ਹੁਣ ਸਾਈਡ ਰੋਲ ਓਵਰ ਹੋਣ ਦੇ ਕਾਰਨ ਕੀ ਨੇ? ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਹੈ। ਇੱਦਾਂ ਹੀ ਜੇ ਸਾਈਡ ਰੋਲ ਓਵਰ ਹੁੰਦਾ ਪਿਆ ਉਹਦਾ ਰੋਲ ਓਵਰ ਹੋਣ ਦਾ ਕਾਰਨ ਕੀ ਹੈ? ਨੰਬਰ 1, ਡਰਾਈਵਿੰਗ ਟੂ ਕਲੋਜ਼ ਟੂ ਐਨ ਇਨਕਲਾਈਨ। ਕੋਈ ਢਲਾਨ ਹੈ, ਅਸੀਂ ਉਸ ਢਲਾਨ ਦੇ ਬਹੁਤ ਜ਼ਿਆਦਾ ਕੋਲ ਜੀ ਜਾ ਕੇ ਟਰੈਕਟਰ ਨੂੰ ਡਰਾਈਵ ਕਰਦੇ ਪਏ ਹਾਂ, ਕਿਸੇ ਢਲਾਨ 'ਤੇ ਟਰੈਕਟਰ ਨੂੰ ਚਲਾਉਂਦੇ ਪਏ ਹਾਂ, ਅਤੇ ਉਦੋਂ ਕੀ ਹੋਏਗਾ? ਸਾਈਡ ਰੋਲ ਓਵਰ ਹੋਣ ਦਾ ਚਾਂਸ ਹੋਏਗਾ। ਨੈਕਸਟ, ਡਰਾਈਵਿੰਗ ਟੂ ਫਾਸਟ ਵੈਨ ਨੈਗੋਸ਼ੀਏਟਿੰਗ ਏ ਕਰਵ। ਕੋਈ ਕਰਵ ਹੈ, ਕੋਈ ਇੱਕਦਮ ਮੋੜ ਆ ਗਿਆ ਅਤੇ ਉਸ ਮੋੜ ਨੂੰ ਅਸੀਂ ਬੜੀ ਸਪੀਡ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ ਕਿਸੇ ਮੋੜ ਨੂੰ ਬੜੀ ਸਪੀਡ ਦੇ ਨਾਲ, ਕਿਸੇ ਕਰਵ ਨੂੰ ਬੜੀ ਸਪੀਡ ਦੇ ਨਾਲ ਕੱਟਣ ਦੀ ਕੋਸ਼ਿਸ਼ ਕਰਾਂਗੇ, ਉਦੋਂ ਵੀ ਸਾਈਡ ਰੋਲ ਓਵਰ ਹੋਣ ਦੇ ਚਾਂਸ ਹੋਣਗੇ। ਅਨਈਵਨ ਬ੍ਰੇਕਿੰਗ ਵਾਈਲ ਟਰੈਵਲਿੰਗ ਐਟ ਹਾਈ ਸਪੀਡਸ। ਮੰਨ ਲਓ ਅਸੀਂ ਤੇਜ਼ ਸਪੀਡ 'ਤੇ ਜਾਂਦੇ ਪਏ ਹਾਂ, ਹਾਈਵੇ 'ਤੇ ਜਾਂਦੇ ਪਏ ਹਾਂ ਟਰੈਕਟਰ ਲੈ ਕੇ ਕਾਫੀ ਤੇਜ਼ ਸਪੀਡ 'ਤੇ, ਅਤੇ ਐਵੇਂ ਹੀ ਅਸੀਂ ਬ੍ਰੇਕਾਂ ਮਾਰੀ ਜਾਈਏ ਬਿਨਾਂ ਲੋਡ ਤੋਂ, ਲੋਡ ਹੋਵੇ ਨਾ ਫਿਰ ਵੀ ਬ੍ਰੇਕ ਮਾਰ ਦਈਏ, ਉਦੋਂ ਵੀ ਸਾਈਡ ਰੋਲ ਓਵਰ ਹੋਣ ਦੇ ਚਾਂਸ ਬਣ ਜਾਂਦੇ ਨੇ। ਲੂਜ਼ਿੰਗ ਕੰਟਰੋਲ ਆਫ ਦੀ ਟਰੈਕਟਰ ਬਿਕੋਜ਼ ਆਫ ਐਕਸੈਸਿਵ ਲੋਡ ਔਨ ਦੀ ਡਰਾ ਬਾਰ। ਜਿਹੜੀ ਟਰੈਕਟਰ ਦੇ ਪਿੱਛੇ ਡਰਾ ਬਾਰ ਲੱਗੀ ਹੈ ਜਿਹਦੇ ਨਾਲ ਆਪਾਂ ਲੋਡ ਅਟੈਚ ਕਰਦੇ ਹਾਂ, ਜਿਵੇਂ ਟਰਾਲੀ ਵਗੈਰਾ ਅਟੈਚ ਕਰਦੇ ਹਾਂ ਜਾਂ ਹੋਰ ਕੋਈ ਮਸ਼ੀਨਰੀ ਵਗੈਰਾ ਅਟੈਚ ਕਰਦੇ ਹਾਂ, ਜੇ ਉਹਦੇ 'ਤੇ ਕਾਫੀ ਜ਼ਿਆਦਾ ਲੋਡ ਹੋਵੇ ਅਤੇ ਉਦੋਂ ਵੀ ਟਰੈਕਟਰ ਜਿਹੜਾ ਉਹ ਸਾਈਡ 'ਤੇ ਪਲਟ ਸਕਦਾ ਹੈ। ਠੀਕ ਹੈ, ਉਹਨਾਂ ਨੇ 4 ਕਾਰਨ ਦੱਸੇ ਨੇ ਟਰੈਕਟਰ ਨੂੰ ਸਾਈਡ ਰੋਲ ਓਵਰ ਹੋਣ ਦੇ। ਇੱਕ ਹੈ ਵੀ ਢਲਾਨ ਦੇ ਕੋਲ ਆਪਾਂ ਜੇ ਚੱਲੀਏ। ਇਹ ਦੂਸਰਾ ਕੀ ਸੀਗਾ ਵੀ ਜੇ ਕੋਈ ਕਰਵ ਹੈ, ਕੋਈ ਮੋੜ ਹੈ, ਉਹਦੇ 'ਤੇ ਟਰੈਕਟਰ ਦੀ ਸਪੀਡ ਤੇਜ਼ ਕਰ ਦਈਏ। ਤੀਜਾ ਕੀ ਸੀਗਾ? ਐਵੇਂ ਹਾਈ ਸਪੀਡ 'ਤੇ ਚਲਦੇ ਬ੍ਰੇਕਾਂ ਮਾਰਦੇ ਰਹੀਏ ਬਿਨਾਂ ਕੰਮ ਤੋਂ। ਚੌਥਾ ਕੀ ਸੀਗਾ ਵੀ ਟਰੈਕਟਰ ਦੇ ਪਿੱਛੇ ਆਪਾਂ ਬੜਾ ਜ਼ਿਆਦਾ ਵੇਟ ਅਟੈਚ ਕਰਤਾ, ਉਸ ਜ਼ਿਆਦਾ ਵੇਟ ਅਟੈਚ ਕਰਨ ਦੇ ਨਾਲ ਆਪਣਾ ਜਿਹੜਾ ਕੰਟਰੋਲ ਹੈ ਉਹ ਟਰੈਕਟਰ 'ਤੇ ਨਹੀਂ ਰਿਹਾ। ਨੈਕਸਟ ਆ ਗਿਆ ਜੀ ਲਾਸਟ, ਉਹ ਕੀ ਕਹਿੰਦੇ ਨੇ ਸਾਈਡ ਰੋਲ ਓਵਰ ਦੇ ਵਿੱਚ? ਸਟੱਡੀਜ਼ ਸ਼ੋ ਦੈਟ ਵੈਨ ਟਰੈਕਟਰ ਸਪੀਡ ਇਜ਼ ਡਬਲਡ ਦੀ ਡੇਂਜਰ ਆਫ ਰੋਲ ਓਵਰ ਇਜ਼ ਇੰਕਰੀਜ਼ਡ 4 ਟਾਈਮਸ। ਕਹਿੰਦੇ ਜਿੱਦਾਂ ਹੀ ਆਪਾਂ ਟਰੈਕਟਰ ਦੀ ਸਪੀਡ ਨੂੰ ਡਬਲ ਕਰਦੇ ਹਾਂ, ਰੋਲ ਓਵਰ ਹੋਣ ਦਾ ਖਤਰਾ ਜਿਹੜਾ ਉਹ 4 ਗੁਣਾ ਵੱਧ ਜਾਂਦਾ ਹੈ। ਮਤਲਬ ਕੀ ਕਹਿੰਦੇ ਹੋ? ਮਤਲਬ ਕੀ ਕਹਿਣਾ ਚਾਹੁੰਦੇ ਨੇ ਇਹਦੇ 'ਚੋਂ? ਵੀ ਜੇ ਮੰਨ ਲਓ ਆਪਾਂ 20 ਦੀ ਸਪੀਡ 'ਤੇ ਜਾਂਦੇ ਪਏ ਹਾਂ, 20 ਦੀ ਸਪੀਡ 'ਤੇ ਜਾਂਦੇ ਪਏ ਹਾਂ ਅਤੇ ਸਾਡੇ ਟਰੈਕਟਰ ਦੇ ਪਲਟਣ ਦਾ ਖਤਰਾ 10% ਹੈ। 10% ਚਾਂਸ ਨੇ ਵੀ ਸਾਡਾ ਟਰੈਕਟਰ ਜਿਹੜਾ ਉਹ 20 ਦੀ ਸਪੀਡ 'ਤੇ ਪਲਟ ਜਾਏਗਾ। ਜਿੱਦਾਂ ਹੀ ਆਪਾਂ ਸਪੀਡ 40 ਕੀਤੀ ਟਰੈਕਟਰ ਦੀ, ਅਤੇ ਜਿਹੜਾ ਪਲਟਣ ਦਾ ਖਤਰਾ ਉਹ 10 ਤੋਂ 20 ਨਹੀਂ ਹੋਣਾ, ਉਹ 10 ਤੋਂ 40 ਹੋਏ ਨਾ, ਸਿੱਧਾ 10 ਤੋਂ 40% ਹੋਏ ਨਾ। ਇਹੀ ਉਹਨਾਂ ਨੇ ਚੀਜ਼ ਦੱਸੀ ਇੱਥੇ। ਸਟੱਡੀਜ਼ ਸ਼ੋ ਦੈਟ ਵੈਨ ਟਰੈਕਟਰ ਸਪੀਡ ਇਜ਼ ਡਬਲਡ, ਜਿੱਦਾਂ ਹੀ ਟਰੈਕਟਰ ਦੀ ਸਪੀਡ ਨੂੰ ਆਪਾਂ ਡਬਲ ਕਰਾਂਗੇ, ਰੋਲ ਓਵਰ ਹੋਣ ਦਾ ਜਿਹੜਾ ਖਤਰਾ ਹੈ ਉਹ ਡਬਲ ਨਹੀਂ ਹੋਏਗਾ, ਉਹ 4 ਗੁਣਾ ਹੋ ਜਾਏਗਾ। ਮਤਲਬ ਡਬਲ ਤੋਂ ਵੀ ਡਬਲ ਹੋ ਜਾਏਗਾ। ਜਿੱਦਾਂ ਆਪਾਂ ਸਪੀਡ ਨੂੰ ਵਧਾਉਂਦੇ ਜਾਵਾਂਗੇ, ਟਰੈਕਟਰ ਪਲਟਣ ਦਾ ਖਤਰਾ ਵੱਧਦਾ ਜਾਏਗਾ। ਅੱਗੋਂ ਕੀ ਕਹਿੰਦੇ ਨੇ ਉਹ? ਪ੍ਰੀਵੈਂਟਿੰਗ ਸਾਈਡ ਰੋਲ ਓਵਰਸ। ਵੀ ਆਪਾਂ ਸਾਈਡ ਰੋਲ ਓਵਰਸ ਤੋਂ ਬਚਣਾ ਕਿੱਦਾਂ? ਟਰੈਕਟਰ ਜਿਹੜਾ ਸਾਈਡ ਰੋਲ ਓਵਰ ਹੁੰਦਾ ਪਿਆ ਉਹਦੇ ਤੋਂ ਕਿੱਦਾਂ ਬਚਣਾ ਹੈ? ਉਹ ਕਹਿੰਦੇ ਇਹਦੇ ਵਿੱਚ ਨਾ ਟਰੈਕਟਰ ਮੈਨੂਫੈਕਚਰ ਜਿਹੜੇ ਨੇ ਨਾ, ਜਿਹੜੇ ਟਰੈਕਟਰ ਕੰਪਨੀਆਂ ਬਣਾਉਂਦੀਆਂ ਪਈਆਂ ਨੇ, ਉਹਨਾਂ ਨੂੰ ਕੁਛ ਚੇਂਜਿਸ ਕਰਨੇ ਪੈਣਗੇ ਟਰੈਕਟਰ ਦੇ ਵਿੱਚ, ਅਤੇ ਉਹਦੇ ਨਾਲ ਜਿਹੜਾ ਸਾਈਡ ਰੋਲ ਓਵਰ ਹੋਣ ਦੇ ਚਾਂਸ ਨੇ ਉਹ ਘੱਟ ਜਾਣਗੇ। ਟਰੈਕਟਰ ਮੈਨੂਫੈਕਚਰਰਸ ਅਟੈਂਪਟ ਟੂ ਪ੍ਰੀਵੈਂਟ ਸਾਈਡ ਰੋਲ ਓਵਰਸ ਵਿਦ ਡਿਜ਼ਾਈਨ ਫੀਚਰਸ ਐਂਡ ਆਪਸ਼ਨਸ ਦੈਟ ਵਾਈਡਨ ਦੀ ਬੇਸ ਆਫ ਸਟੇਬਿਲਿਟੀ ਐਂਡ ਲੋਅਰ ਦੀ
ट्रैक्टर सेंटर ऑफ ग्रैविटी। कहते जो सेंटर ऑफ ग्रैविटी ਨੂੰ ਲੋ ਕਰ ਦੇਣ ਨਾ, सेंटर ऑफ ग्रैविटी ਨੂੰ ਨੀਚਾ ਲੈਣ, ਨੀਵਾਂ ਲੈਣ, तो ਉਹਦੇ ਨਾਲ ट्रैक्टर ਦੇ ਪਲਟਣ ਦਾ ਖਤਰਾ ਘਟੇਗਾ। ਜਾਂ ਉਹ ਕੀ ਕਰਨ, ਬੇਸ ਆਫ ਸਟੇਬਿਲਿਟੀ ਜ਼ਿਆਦਾ ਕਰ ਦੇਣ, मतलब ਚੌੜਾ ਕਰ ਦੇਣ ट्रैक्टर ਨੂੰ। ਜਿਹੜਾ ट्रैक्टर ਦੇ ਵੀਲ ਨੇ ਉਹਨਾਂ ਦੇ ਵਿੱਚ ਜਿਹੜੀ ਸਪੇਸ ਹੈ ਨਾ ਉਹਨੂੰ ਵਧਾ ਦੇਣ। ਉਹਦੇ ਨਾਲ ਕੀ ਹੋਏਗਾ, ਬੇਸ ਆਫ ਸਟੇਬਿਲਿਟੀ ਚੌੜੀ ਹੋ ਜਾਏਗੀ। ਜਿੱਦਾਂ ਜਿੱਦਾਂ ਬੇਸ ਆਫ ਸਟੇਬਿਲਿਟੀ ਚੌੜੀ ਹੁੰਦੀ ਜਾਏਗੀ ਟਰੈਕਟਰ ਦੇ ਪਲਟਣ ਦਾ ਖਤਰਾ ਘਟਦਾ ਜਾਊਗਾ। ਜਿੱਦਾਂ ਜਿੱਦਾਂ ਸੈਂਟਰ ਆਫ ਗ੍ਰੈਵਿਟੀ ਡਾਊਨ ਆਉਂਦੀ ਜਾਊਗੀ ਟਰੈਕਟਰ ਦੇ ਪਲਟਣ ਦਾ ਖਤਰਾ ਘਟਦਾ ਜਾਊਗਾ। ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਮੈਨੂਫੈਕਚਰਰ ਦੇ ਹੱਥ 'ਚ ਨੇ। ਇਹਨੂੰ ਮੈਨੂਫੈਕਚਰਰ ਹੀ ਜਿਹੜਾ ਕੰਪਨੀ ਟਰੈਕਟਰ ਬਣਾਉਂਦੀ ਪਈ ਹੈ ਉਹੀ ਇਹ ਚੀਜ਼ਾਂ ਨੂੰ ਘਟਾ ਸਕਦੀ ਹੈ। ਥੀਸ ਫੀਚਰਸ ਇੰਕਲੂਡ ਐਡਜਸਟੇਬਲ ਰੀਅਰ ਵੀਲ ਵਿਡਥ, ਵੀ ਜਿਹੜੀ ਰੀਅਰ ਵੀਲ ਦੀ ਵਿਡਥ ਹੋਵੇ ਨਾ ਉਹਨੂੰ ਅਸੀਂ ਐਡਜਸਟ ਕਰ ਸਕੀਏ, ਐਡਜਸਟੇਬਲ ਹੋਵੇ। ਜਿਹੜੇ ਮਗਰ ਵਾਲੇ ਵੀਲ ਨੇ ਉਹਨਾਂ ਦੀ ਜਿਹੜੀ ਚੌੜਾਈ ਹੈ ਉਹ ਐਡਜਸਟੇਬਲ ਹੋਵੇ। ਆਪਾਂ ਆਪਣੀ ਮਰਜ਼ੀ ਦੇ ਨਾਲ ਚੌੜੇ ਟਾਇਰ ਪਵਾ ਕੇ ਬੇਸ ਆਫ ਸਟੇਬਿਲਿਟੀ ਨੂੰ ਚੌੜਾ ਕਰ ਲਈਏ, ਇੱਦਾਂ ਹੋਣਾ ਚਾਹੀਦਾ ਹੈ। ਵਾਈਡ ਟਾਇਰ ਜਿਹੜੇ ਨੇ ਉਹ ਵਾਈਡ ਹੋਣ, ਚੌੜੇ ਹੋਣ। ਵੈਸੇ ਤਾਂ ਟਰੈਕਟਰ ਦੇ ਟਾਇਰ ਆਲਰੇਡੀ ਬੜੇ ਚੌੜੇ ਹੁੰਦੇ ਨੇ, ਕਹਿੰਦੇ ਕੋਸ਼ਿਸ਼ ਕੀਤੀ ਜਾਵੇ ਵੀ ਹੋਰ ਜ਼ਿਆਦਾ ਚੌੜੇ ਟਾਇਰ ਲੱਗਣ, ਉਹਦੇ ਨਾਲ ਜਿਹੜਾ ਸਾਈਡ ਰੋਲ ਓਵਰ ਹੋਣ ਦੇ ਚਾਂਸ ਨੇ ਉਹ ਘਟਣਗੇ। ਅਬਿਲਿਟੀ ਟੂ ਲੌਕਸ ਬ੍ਰੇਕਸ ਟੂਗੈਦਰ, ਵੀ ਜਦੋਂ ਆਪਾਂ ਟਰੈਕਟਰ ਨੂੰ ਬ੍ਰੇਕ ਲਗਾਉਂਦੇ ਹਾਂ ਨਾ, ਟਰੈਕਟਰ ਦੇ ਵਿੱਚ ਬ੍ਰੇਕਿੰਗ ਸਿਸਟਮ ਇੱਦਾਂ ਹੁੰਦਾ ਵੀ ਲੈਫਟ ਸਾਈਡ ਦੀ ਬ੍ਰੇਕ ਅਲੱਗ ਹੁੰਦੀ ਹੈ, ਰਾਈਟ ਸਾਈਡ ਦੀ ਬ੍ਰੇਕ ਅਲੱਗ ਹੁੰਦੀ ਹੈ। ਉਹ ਕਹਿੰਦੇ ਜਦੋਂ ਅਸੀਂ ਬ੍ਰੇਕ ਮਾਰੀਏ ਨਾ ਤਾਂ ਦੋਨੋਂ ਬ੍ਰੇਕਾਂ ਇਕੱਠੀਆਂ ਲੱਗਣ। ਇਹ ਨਹੀਂ ਵੀ ਇੱਕ ਸਾਈਡ ਦੀ ਬ੍ਰੇਕ ਲੱਗ ਜਾਵੇ ਦੂਜੀ ਸਾਈਡ ਦੀ ਬ੍ਰੇਕ ਲੱਗੇ ਹੀ ਨਾ। ਜਦੋਂ ਇੱਕ ਸਾਈਡ ਦੀ ਬ੍ਰੇਕ ਲੱਗ ਗਈ ਦੂਜੇ ਸਾਈਡ ਦੀ ਬ੍ਰੇਕ ਨਾ ਲੱਗੀ ਉਦੋਂ ਟਰੈਕਟਰ ਨੇ ਪਲਟਣਾ, ਅਤੇ ਪਲਟਣਾ ਵੀ ਸਾਈਡ ਨੂੰ ਹੈ। ਠੀਕ ਹੈ, ਇਸ ਕਰਕੇ ਟਰੈਕਟਰ ਦੇ ਵਿੱਚ ਇਹ ਫੀਚਰ ਹੋਣਾ ਚਾਹੀਦਾ, ਜਦੋਂ ਆਪਾਂ ਬ੍ਰੇਕ ਨੱਪੀਏ ਤਾਂ ਦੋਨੋਂ ਬ੍ਰੇਕਾਂ ਜਿਹੜੀਆਂ ਨੇ ਉਹ ਸੇਮ ਇੰਟੈਂਸਿਟੀ 'ਤੇ ਲੱਗਣ, ਸੇਮ ਟਾਈਮ 'ਤੇ ਲੱਗਣ। ਫਿਕਸਡ ਡਰਾਬਾਰ ਹਾਈਟ, ਜਿਹੜੀ ਪਿੱਛੇ ਡਰਾਬਾਰ ਲੱਗੀ ਹੈ ਜਿਹਦੇ ਨਾਲ ਆਪਾਂ ਟਰਾਲੀ ਵਗੈਰਾ ਅਟੈਚ ਕਰਦੇ ਹਾਂ ਜਾਂ ਹੋਰ ਇੰਪਲੀਮੈਂਟਸ ਵਗੈਰਾ ਅਟੈਚ ਕਰਦੇ ਹਾਂ, ਉਹਦੀ ਜਿਹੜੀ ਹਾਈਟ ਨਾ ਉਹ ਫਿਕਸ ਹੋਣੀ ਚਾਹੀਦੀ ਹੈ। ਡਰਾਬਾਰ ਦੀ ਹਾਈਟ ਫਿਕਸ ਨਹੀਂ ਹੁੰਦੀ, ਡਰਾਬਾਰ ਪਿੱਛੇ ਹਿਲਦੀ ਰਹਿੰਦੀ ਹੈ, ਕਦੀ ਅਪ ਹੋ ਜਾਏਗੀ ਕਦੀ ਡਾਊਨ ਹੋ ਜਾਏਗੀ। ਠੀਕ ਹੈ, ਉਹ ਡਰਾਬਾਰ ਦੀ ਹਾਈਟ ਆਪਾਂ ਜੇ ਫਿਕਸ ਕਰ ਦੇਵਾਂਗੇ ਨਾ, ਜੇ ਉਹਨੂੰ ਫਿਕਸ ਆਪਾਂ ਇੱਕ ਜਗ੍ਹਾ 'ਤੇ ਫਿਕਸ ਕਰ ਦੇਵਾਂਗੇ, ਉਹਦੇ ਨਾਲ ਕੀ ਹੋਏਗਾ, ਸੈਂਟਰ ਆਫ ਗ੍ਰੈਵਿਟੀ ਵੀ ਅਪ ਡਾਊਨ ਮੂਵ ਨਹੀਂ ਕਰੇਗੀ, ਕਿਉਂਕਿ ਉਹ ਹਾਈਟ ਹੀ ਫਿਕਸ ਹੋ ਗਈ ਟਰੈਕਟਰ ਦੀ ਬੈਕ ਸਾਈਡ ਤੋਂ। ਇਸ ਕਰਕੇ ਕੀ ਉਹਨਾਂ ਨੇ ਕਿਹਾ ਵੀ ਜਿਹੜੇ ਮੈਨੂਫੈਕਚਰਰ ਨੇ ਜੇ ਉਹ ਇਹ ਚੀਜ਼ਾਂ ਐਡ ਕਰ ਦੇਣ, ਇੱਕ ਬੇਸ ਆਫ ਸਟੇਬਿਲਿਟੀ ਨੂੰ ਚੌੜਾ ਕਰ ਦੇਣ, ਸੈਂਟਰ ਆਫ ਗ੍ਰੈਵਿਟੀ ਨੂੰ ਡਾਊਨ ਕਰ ਦੇਣ, ਰੀਅਰ ਵੀਡ ਦੀ ਜਿਹੜੀ ਵਿਡਥ ਹੈ ਉਹਨੂੰ ਐਡਜਸਟੇਬਲ ਕਰ ਦੇਣ, ਟਾਇਰ ਚੌੜੇ ਕਰ ਦੇਣ, ਦੋਨੋਂ ਬ੍ਰੇਕਾਂ ਇਕੱਠੀਆਂ ਲੱਗਣ, ਡਰਾਬਾਰ ਦੀ ਹਾਈਟ ਨੂੰ ਫਿਕਸ ਕਰ ਦੇਣ, ਅਤੇ ਆਪਾਂ ਸਾਈਡ ਰੋਲ ਓਵਰ ਨੂੰ ਰੋਕ ਸਕਦੇ ਹਾਂ। ਹੁਣ ਸਾਰੀ ਗੱਲ ਆਪਾਂ ਮੈਨੂਫੈਕਚਰਰ ਕੰਪਨੀ 'ਤੇ ਨਹੀਂ ਪਾ ਸਕਦੇ, ਕੁਛ ਗੱਲਾਂ ਡਰਾਈਵਰ ਦੇ ਹੱਥ ਵੀ ਹੁੰਦੀਆਂ ਨੇ। ਟੂ ਰਿਡਿਊਸ ਦੀ ਰਿਸਕ ਆਫ ਏ ਸਾਈਡ ਰੋਲ ਓਵਰ ਓਪਰੇਟਰ ਸ਼ੁੱਡ, ਡਰਾਈਵਰ ਨੂੰ ਕੀ ਚਾਹੀਦਾ ਹੈ, ਪਹਿਲੀ ਗੱਲ ਤਾਂ ਉਹ ਜ਼ਿਆਦਾ ਤੇਜ਼ ਟਰੈਕਟਰ ਨੂੰ ਚਲਾਏ ਨਾ, ਜੋ ਸਹੀ ਸਪੀਡ ਹੈ ਉਸ ਸਪੀਡ 'ਤੇ ਟਰੈਕਟਰ ਨੂੰ ਚਲਾਵੇ। ਜੇ ਕੋਈ ਢਲਾਨ ਹੈ, ਸਲੋਪ ਹੈ, ਉਹਨਾਂ ਤੋਂ ਦੂਰ ਰਵੇ। ਜੇ ਕੋਈ ਬਹੁਤ ਜ਼ਿਆਦਾ ਤੇਜ਼ ਢਲਾਨ ਹੈ ਉੱਥੇ ਟਰੈਕਟਰ ਚੜ੍ਹਨ ਦੀ ਲੋੜ ਨਹੀਂ, ਐਵੇਂ ਸ਼ੇਖੀ 'ਚ ਸਟੰਟ ਮਾਰਨ ਦੇ ਚੱਕਰ ਦੇ ਵਿੱਚ ਟਰੈਕਟਰ ਨੂੰ ਢਲਾਨ 'ਤੇ ਚਾੜ੍ਹ ਦੇਵੇਗਾ ਅਤੇ ਬਾਅਦ 'ਚੋਂ ਪਲਟਣਾ ਵੀ ਟਰੈਕਟਰ ਉਹਦਾ ਹੀ ਹੈ। ਇਸ ਕਰਕੇ ਜਿਹੜੀਆਂ ਸਲੋਪਸ ਨੇ, ਸਟੀਪ ਸਲੋਪ ਨੇ, ਜਿਹੜੀਆਂ ਤਿੱਖੀਆਂ ਢਲਾਨਾਂ ਨੇ ਉਹਨਾਂ ਤੋਂ ਦੂਰ ਰਵੇ, ਸਹੀ ਸਪੀਡ 'ਤੇ ਟਰੈਕਟਰ ਨੂੰ ਚਲਾਵੇ। ਜਦੋਂ ਬ੍ਰੇਕਸ ਲਗਾਉਣੀਆਂ ਨੇ ਦੋਨੋਂ ਬ੍ਰੇਕਸ ਇਕੱਠੀਆਂ ਲੱਗਣ, ਹਾਈ ਸਪੀਡ 'ਤੇ ਮੰਨ ਲਓ ਜਾਂਦਾ ਪਿਆ, ਬ੍ਰੇਕ ਲਗਾਉਣਾ ਚਾਹੁੰਦਾ ਹੈ ਅਤੇ ਦੋਨੋਂ ਬ੍ਰੇਕਾਂ ਇਕੱਠੀਆਂ ਲਗਾਉਣੀਆਂ। ਇਹ ਨਹੀਂ ਇੱਕ ਸਾਈਡ ਦੀ ਬ੍ਰੇਕ ਲਾਤੀ, ਜਿੱਧਰ ਦੀ ਬ੍ਰੇਕ ਲਾਤੀ ਟਰੈਕਟਰ ਨੇ ਉੱਧਰ ਦੂਜੇ ਪਾਸੇ ਪਲਟ ਜਾਣਾ ਜੇ। ਸਲੋ ਡਾਊਨ ਵੈਲ ਪੁਨਿੰਗ ਰੀਅਰ ਮਾਊਂਟਡ ਇੰਪਲੀਮੈਂਟ, ਆਪਣੇ ਟਰੈਕਟਰ ਨੂੰ ਹੌਲੀ ਚਲਾਵੇ ਜਦੋਂ ਬੈਕ ਸਾਈਡ 'ਤੇ ਕੋਈ ਇੰਪਲੀਮੈਂਟ ਅਟੈਚ ਕੀਤਾ ਗਿਆ। ਮੰਨ ਲਓ ਬੈਕ ਸਾਈਡ 'ਤੇ ਕੋਈ ਟਰਾਲੀ ਅਟੈਚ ਕਰਤੀ ਜਾਂ ਕੋਈ ਹੋਰ ਮਸ਼ੀਨ ਅਟੈਚ ਕਰਤੀ, ਉਸ ਟਾਈਮ 'ਤੇ ਟਰੈਕਟਰ ਨੂੰ ਹੌਲੀ ਚਲਾਵੇ। ਉਸ ਟਾਈਮ 'ਤੇ ਟਰੈਕਟਰ ਨੂੰ ਉਡਾਉਣ ਦੀ ਕੋਸ਼ਿਸ਼ ਨਾ ਕਰੇ, ਅਦਰਵਾਈਜ਼ ਟਰੈਕਟਰ 'ਤੇ ਜਿਹੜਾ ਕੰਟਰੋਲ ਹੈ ਉਹ ਨਹੀਂ ਰਹਿੰਦਾ। ਹੁਣ ਆ ਗਏ ਜੀ ਰੀਅਰ ਰੋਲ ਓਵਰ, ਟਰੈਕਟਰ ਦਾ ਪਿੱਛੇ ਨੂੰ ਪਲਟਣਾ। ਤੁਸੀਂ ਡਾਇਗਰਾਮ ਦੇਖਦੇ ਪਏ ਹੋ, ਟਰੈਕਟਰ ਪਿੱਛੇ ਨੂੰ ਕਿੱਦਾਂ ਪਲਟਦਾ ਪਿਆ। ਠੀਕ ਹੈ ਜੀ, ਇਹ ਜਿਹੜੇ ਰੀਅਰ ਰੋਲ ਓਵਰਸ ਨੇ ਨਾ, ਇਹ ਸਾਈਡ ਰੋਲ ਓਵਰਸ ਤੋਂ ਜ਼ਿਆਦਾ ਖਤਰਨਾਕ ਨੇ। ਕਿਉਂ ਖਤਰਨਾਕ ਨੇ? ਕਿਉਂਕਿ ਜਦੋਂ ਟਰੈਕਟਰ ਸਾਈਡ ਨੂੰ ਪਲਟਦਾ ਨਾ, ਉਦੋਂ ਟਰੈਕਟਰ ਦੇ ਜਿਹੜੇ ਵੀਲ ਨੇ ਨਾ ਉਹ ਡਰਾਈਵਰ ਨੂੰ ਨੀਚੇ ਨਹੀਂ ਡਿੱਗਣ ਦਿੰਦੇ। ਠੀਕ ਹੈ, ਟਰੈਕਟਰ ਦੇ ਵੀਲ ਜਿਹੜੇ ਗਰਾਊਂਡ ਨੂੰ ਟੱਚ ਕਰ ਪੈਂਦੇ ਨੇ, ਡਰਾਈਵਰ ਆਪਣੀ ਸੀਟ 'ਤੇ ਬੈਠਾ ਰਹਿ ਜਾਂਦਾ। ਬਟ ਜਿਹੜਾ ਰੀਅਰ ਰੋਲ ਓਵਰ ਹੈ ਨਾ, ਰੀਅਰ ਰੋਲ ਓਵਰ ਦੇ ਵਿੱਚ ਕੀ ਹੁੰਦਾ, ਬੰਦੇ ਦੀ ਜਿਹੜੀ ਗਰਦਨ ਹੈ ਨਾ, ਡਰਾਈਵਰ ਦੀ ਜਿਹੜੀ ਗਰਦਨ ਹੈ ਉਹ ਸਿੱਧਾ ਜਾ ਕੇ ਜ਼ਮੀਨ ਨੂੰ ਸਟਰਾਈਕ ਕਰਦੀ ਹੈ। ਜਿੱਦਾਂ ਹੀ ਉਹ ਜਾ ਕੇ ਜ਼ਮੀਨ ਨੂੰ ਸਟਰਾਈਕ ਕਰਦੀ ਹੈ, ਉਸ ਤੋਂ ਬਾਅਦ ਬੰਦਾ ਉੱਥੋਂ ਹਿੱਲਣ ਜੋਗਾ ਵੀ ਨਹੀਂ ਰਹਿੰਦਾ, ਉੱਥੇ ਬੰਦੇ ਦੀ ਡੈਥ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਰੀਅਰ ਰੋਲ ਓਵਰ ਹੈ ਇਹ ਥੋੜ੍ਹਾ ਜਿਹਾ ਜ਼ਿਆਦਾ ਖਤਰਨਾਕ ਹੈ। ਰੀਅਰ ਰੋਲ ਓਵਰਸ ਆਰ ਪਾਰਟੀਕੂਲਰਲੀ ਡੇਂਜਰਸ ਬਿਕੋਜ਼ ਦੇ ਹੈਪਨ ਸੋ ਕੁਇਕਲੀ ਗਿਵਿੰਗ ਓਪਰੇਟਰਸ ਲਿਟਲ ਟਾਈਮ ਟੂ ਰਿਐਕਟ। ਅਤੇ ਇੱਕ ਇਹਦਾ ਕਾਰਨ ਹੋਰ ਵੀ ਇਹ ਖਤਰਨਾਕ ਹੋਣ ਦਾ, ਵੀ ਜਿਹੜੇ ਰੀਅਰ ਰੋਲ ਓਵਰ ਹੁੰਦੇ ਨਾ ਇਹ ਬੜੀ ਜਲਦੀ ਹੁੰਦੇ ਨੇ। ਸਾਈਡ ਰੋਲ ਓਵਰ ਤਾਂ ਚਲੋ ਥੋੜ੍ਹਾ ਜਿਹੀ ਹੌਲੀ ਸਪੀਡ 'ਤੇ ਹੁੰਦਾ ਨਾ, ਬੰਦਾ ਕੰਟਰੋਲ ਕਰ ਸਕੇ ਤਾਂ ਕਰ ਲੈਂਦਾ ਹੈ। ਬਟ ਜਿਹੜਾ ਰੀਅਰ ਰੋਲ ਓਵਰ ਹੈ ਨਾ, ਇਹਨੇ ਇੱਕਦਮ ਟਰੈਕਟਰ ਨੇ ਪਲਟੀ ਮਾਰਨ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਮਤਲਬ ਡਰਾਈਵਰ ਕੋਲ ਟਾਈਮ ਘੱਟ ਹੁੰਦਾ ਹੈ,
ਰੀਅਰ ਰੋਲ ਓਵਰ ਤੋਂ ਬਚਣ ਦਾ। ਰਿਸਰਚ ਸ਼ੋ ਦੈਟ ਇਟ ਟੇਕਸ ਓਨਲੀ 0.75 ਸੈਕਿੰਡ ਟੂ ਰੀਚ ਦੀ ਕ੍ਰਿਟੀਕਲ ਪੁਆਇੰਟ ਆਫ ਨੋ ਰਿਟਰਨ ਵੇਅਰ ਦੀ ਸੈਂਟਰ ਆਫ ਗ੍ਰੈਵਿਟੀ ਮੂਵਸ ਓਵਰ ਦੀ ਰੀਅਰ ਐਕਸਲ ਐਂਡ ਆਊਟਸਾਈਡ ਦੀ ਬੇਸ ਆਫ ਸਟੇਬਿਲਿਟੀ। ਇਹ ਜਿਹੜਾ ਪੁਆਇੰਟ ਹੈ ਇਹ ਵੇ ਕ੍ਰਿਟੀਕਲ ਪੁਆਇੰਟ ਨੋ ਰਿਟਰਨ, ਕ੍ਰਿਟੀਕਲ ਪੁਆਇੰਟ ਆਫ ਨੋ ਰਿਟਰਨ। ਕਹਿੰਦੇ ਜੇ ਇਸ ਪੁਆਇੰਟ ਨੂੰ ਟਰੈਕਟਰ ਪਾਰ ਕਰ ਗਿਆ ਫਿਰ ਟਰੈਕਟਰ ਨੇ ਵਾਪਸ ਥੱਲੇ ਨਹੀਂ ਆਉਣਾ, ਫਿਰ ਟਰੈਕਟਰ ਨੇ ਵਾਪਸ ਪਿੱਛੇ ਜਾਣਾ ਹੈ। ਤੇ ਇੱਥੇ ਆਉਣ ਨੂੰ ਕਿੰਨਾ ਟਾਈਮ ਲੱਗਦਾ ਹੈ 0.75 ਸੈਕਿੰਡ, ਯਾਨੀ ਕਿ ਪੌਣਾ ਸੈਕਿੰਡ, 1 ਸੈਕਿੰਡ ਵੀ ਨਹੀਂ ਪੂਰਾ, ਪੌਣਾ ਸੈਕਿੰਡ ਲੱਗਦਾ ਹੈ। ਪੌਣੇ ਸੈਕਿੰਡ ਦੇ ਵਿੱਚ ਟਰੈਕਟਰ ਇੱਥੋਂ ਲੈ ਕੇ ਇੱਥੇ ਤੱਕ ਪਹੁੰਚ ਜਾਂਦਾ ਤੇ ਪੂਰਾ ਟਰੈਕਟਰ ਪਲਟਣ ਦੇ ਵਿੱਚ 1.5 ਸੈਕਿੰਡ ਲੱਗਦਾ ਹੈ। ਰੋਡ ਤੋਂ ਟਰੈਕਟਰ ਦੀ ਪਲਟੀ ਵੱਜਣ ਦੇ ਵਿੱਚ 1.5 ਸੈਕਿੰਡ ਦਾ ਟਾਈਮ ਲੱਗਦਾ ਹੈ। ਠੀਕ ਹੈ, 1.5 ਸੈਕਿੰਡ ਕੁਛ ਵੀ ਨਹੀਂ ਹੁੰਦਾ। ਤੇ 0.75 ਸੈਕਿੰਡ ਦੇ ਵਿੱਚ ਇਹਨੇ ਇੱਕ ਇੱਦਾਂ ਦੇ ਪੁਆਇੰਟ ਤੇ ਪਹੁੰਚ ਜਾਣਾ ਹੈ। ਜੇ ਉਸ ਪੁਆਇੰਟ ਨੂੰ ਇਹ ਪਾਰ ਕਰ ਗਿਆ ਤੇ ਫਿਰ ਇਹਨੇ ਟਰੈਕਟਰ ਨੇ ਵਾਪਸ ਨਹੀਂ ਆਉਣਾ। ਉਹਨੂੰ ਕਹਿੰਦੇ ਆ ਕ੍ਰਿਟੀਕਲ ਪੁਆਇੰਟ ਆਫ ਨੋ ਰਿਟਰਨ। ਉਸ ਪੁਆਇੰਟ ਤੇ ਜਾ ਕੇ ਕੀ ਹੁੰਦਾ, ਸੈਂਟਰ ਆਫ ਗ੍ਰੈਵਿਟੀ ਜਿਹੜੀ ਨਾ ਉਹ ਰੀਅਰ ਐਕਸਲ ਚੋਂ ਬਾਹਰ ਆ ਜਾਂਦੀ ਹੈ। ਇਹ ਦੇਖੋ, ਇਹ ਸੀਗਾ ਬੇਸ ਆਫ ਸਟੇਬਿਲਿਟੀ। ਜਦੋਂ ਕ੍ਰਿਟੀਕਲ ਪੁਆਇੰਟ ਆਫ ਨੋ ਰਿਟਰਨ ਤੇ ਪਹੁੰਚ ਗਿਆ ਸੈਂਟਰ ਆਫ ਗ੍ਰੈਵਿਟੀ ਕੀ ਹੋ ਗਈ, ਬਾਹਰ ਹੋ ਗਈ। ਕਿੱਥੋਂ ਬਾਹਰ ਹੋ ਗਈ, ਬੇਸ ਆਫ ਸਟੇਬਿਲਿਟੀ ਚੋਂ ਬਾਹਰ ਹੋ ਗਈ। ਜਦ ਕਿ ਆਪਾਂ ਪਹਿਲੇ ਪੜ੍ਹ ਚੁੱਕੇ ਹਾਂ ਸੈਂਟਰ ਆਫ ਗ੍ਰੈਵਿਟੀ ਬੇਸ ਆਫ ਸਟੇਬਿਲਿਟੀ ਚੋਂ ਬਾਹਰ ਆਈ ਨਹੀਂ ਤੇ ਟਰੈਕਟਰ ਪਲਟਿਆ ਨਹੀਂ। ਇਹ ਚੀਜ਼ ਹੈ। ਅੱਗੋਂ ਕੀ ਕਹਿੰਦੇ ਨੇ, ਫਰੋਮ ਦੀ ਟਾਈਮ the tractor begins to roll over the incident can take as little as 1.5 ਸੈਕਿੰਡ। ਕਹਿੰਦੇ ਇੱਕ ਵਾਰ ਟਰੈਕਟਰ ਜ਼ਮੀਨ ਤੋਂ ਉੱਠਣ ਤੋਂ ਲੈ ਕੇ ਪੂਰਾ ਪਲਟਣ ਤੱਕ ਸਿਰਫ ਤੇ ਸਿਰਫ 1.5 ਸੈਕਿੰਡ ਦਾ ਟਾਈਮ ਲੈਂਦਾ ਹੈ ਤੇ 1.5 ਸੈਕਿੰਡ ਦਾ ਟਾਈਮ ਜਿਹੜਾ ਉਹ ਬੜਾ ਘੱਟ ਮੰਨਿਆ ਗਿਆ ਹੈ। ਹੁਣ ਆਪਾਂ ਰੋਕ ਕਿੱਦਾਂ ਸਕਦੇ ਹਾਂ ਰੀਅਰ ਰੋਲ ਓਵਰ ਨੂੰ? ਉਹ ਕਹਿੰਦੇ ਕੁਛ ਡਿਜ਼ਾਈਨ ਫੀਚਰ ਜਿਹੜੇ ਨੇ ਉਹ ਕੀ ਕਰਦੇ ਨੇ, ਰਿਡਿਊਸ ਕਰਦੇ ਨੇ ਕਾਹਦਾ, ਰੀਅਰ ਰੋਲ ਓਵਰ ਦਾ ਜਿਹੜਾ ਰਿਸਕ ਹੈ ਉਹਨੂੰ ਰਿਡਿਊਸ ਕਰਦੇ ਨੇ। ਆਰ ਸਟੈਂਡਰਡ ਉਹ ਨਿਊ ਟਰੈਕਟਰਸ ਜਿਹੜੇ ਅੱਜ ਕੱਲ੍ਹ ਨਵੇਂ ਟਰੈਕਟਰ ਆਉਂਦੇ ਪਏ ਨੇ ਉਹਨਾਂ ਦੇ ਵਿੱਚ ਅਸੀਂ ਇਹ ਡਿਜ਼ਾਈਨ ਐਡ ਕਰਦੇ ਪਏ ਹਾਂ। ਇਹ ਡਿਜ਼ਾਈਨ ਐਡ ਕਰਨ ਦੇ ਨਾਲ ਰੀਅਰ ਰੋਲ ਓਵਰ ਹੋਣ ਦਾ ਖਤਰਾ ਜਿਹੜਾ ਉਹ ਘਟਦਾ ਪਿਆ। ਵਾਈਲ ਅਦਰਸ ਆਰ ਆਪਸ਼ਨਲ ਐਂਡ ਆਰ ਯੂਜ਼ਡ ਇਨ ਸਪੈਸੀਫਿਕ ਸਰਕਮਸਟੈਂਸਿਸ ਟੂ ਮੇਨਟੇਨ ਦੀ ਪ੍ਰੋਪਰ ਵੇਟ ਬੈਲੈਂਸ। ਕਹਿੰਦੇ ਬਾਕੀ ਜਿਹੜੇ ਬਾਕੀ ਮਤਲਬ ਆਪਸ਼ਨਲ ਹੈ ਵੀ ਤੁਸੀਂ ਇਹ ਚੀਜ਼ਾਂ ਆਪਣੇ ਟਰੈਕਟਰ ਦੇ ਵਿੱਚ ਲਗਾਉਣਾ ਚਾਹੁੰਦੇ ਹੋ ਜਾਂ ਨਹੀਂ ਲਗਾਉਣਾ ਚਾਹੁੰਦੇ। ਜੇ ਤੁਸੀਂ ਆਪਣੇ ਟਰੈਕਟਰ ਦੇ ਵਿੱਚ ਇਹ ਆਪਸ਼ਨਲ ਚੀਜ਼ਾਂ ਲਗਾ ਲਓਗੇ ਤੁਹਾਡੇ ਰੀਅਰ ਰੋਲ ਓਵਰ ਹੋਣ ਦੇ ਚਾਂਸ ਘੱਟ ਜਾਣਗੇ। ਜੇ ਤੁਸੀਂ ਨਹੀਂ ਲਗਾਓਗੇ ਤਾਂ ਰੀਅਰ ਰੋਲ ਓਵਰ ਹੋਣ ਦੇ ਚਾਂਸ ਜਿਹੜੇ ਨੇ ਉਹ ਵੱਧ ਜਾਣਗੇ। ਹੁਣ ਹੈ ਕੀ ਨੇ, ਰੀਅਰ ਵੀਲ ਵੇਟ, ਵੀ ਜਿਹੜੇ ਰੀਅਰ ਵੀਲ ਨੇ ਨਾ ਜੇ ਆਪਾਂ ਉਹਨਾਂ 'ਤੇ ਵੇਟ ਅਟੈਚ ਕਰਾ ਦਈਏ, ਪਿੱਛੇ ਵਾਲੇ ਜਿਹੜੇ ਵੀਲ ਨੇ ਜੇ ਆਪਾਂ ਉਹਨਾਂ ਨੂੰ ਭਾਰਾ ਕਰ ਦਈਏ, ਵਿੱਚ ਪਾਣੀ ਭਰ ਦਈਏ, ਚੂਨਾ ਭਰ ਦਈਏ ਜਾਂ ਉੱਤੇ ਕਾਸਟ ਆਇਰਨ ਦੇ ਵੇਟ ਅਟੈਚ ਕਰ ਦਈਏ ਅਤੇ ਉਹਦੇ ਨਾਲ ਟਰੈਕਟਰ ਦੇ ਜਿਹੜੇ ਪਲਟਣ ਦੇ ਚਾਂਸ ਨੇ ਉਹ ਘੱਟ ਜਾਂਦੇ ਨੇ। ਇੱਦਾਂ ਹੀ ਉਹ ਕਹਿੰਦੇ ਨੇ ਫਰੰਟ ਐਂਡ ਵੇਟ। ਫਰੰਟ ਐਂਡ ਵੇਟ ਦਾ ਮਤਲਬ ਕੀ ਹੈ ਵੀ ਅੱਗੇ ਆਪਾਂ ਜਿਹੜਾ ਅੱਗੇ ਵਾਲਾ ਐਂਡ ਹੈ ਉੱਥੇ ਆਪਾਂ ਵੇਟ ਐਡ ਕਰ ਦਈਏ। ਜਿਵੇਂ ਆਪਾਂ ਆਲੂਆਂ ਦੀ ਬੋਰੀ ਰੱਖ ਦਿੰਦੇ ਹਾਂ, ਮਿੱਟੀ ਦੀ ਬੋਰੀ ਰੱਖ ਦਿੰਦੇ ਹਾਂ ਟਰੈਕਟਰ ਦੇ ਅੱਗੇ, ਉਹ ਵੀ ਕੀ ਕਰਦੀ ਹੈ ਪਿੱਛੇ ਟਰੈਕਟਰ ਨੂੰ ਪਲਟਣ ਤੋਂ ਰੋਕਦੀ ਹੈ। ਜਾਂ ਫਿਕਸਡ ਡਰਾਬਾਰ ਹਾਈਟ, ਜਿਹੜੀ ਡਰਾਬਾਰ ਹੈ ਤੁਹਾਨੂੰ ਅੱਗੇ ਆਪਾਂ ਡਰਾਬਾਰ ਅੱਗੇ ਜਾ ਕੇ ਪੜ੍ਹਾਂਗੇ ਪੂਰੀ ਡਿਟੇਲ ਦੇ ਵਿੱਚ 2.3 ਪੁਆਇੰਟ ਦਾ ਡਰਾਬਾਰਸ ਆਉਂਦੀਆਂ ਨੇ। ਡਰਾਬਾਰ ਦੀ ਹਾਈਟ ਨੂੰ ਵੀ ਆਪਾਂ ਜੇ ਫਿਕਸ ਕਰ ਦਈਏ ਨਾ ਤੇ ਤਾਂ ਵੀ ਅਸੀਂ ਟਰੈਕਟਰ ਨੂੰ ਜਿਹੜਾ ਹੈ ਪਿੱਛੇ ਪਲਟਣ ਤੋਂ ਰੋਕ ਸਕਦੇ ਹਾਂ। ਹੁਣ ਇਹ ਤਾਂ ਆ ਗਿਆ ਕੰਪਨੀ ਵੱਲੋਂ ਵੀ ਜਿਹੜੀ ਮੈਨੂਫੈਕਚਰਰ ਹੈ ਟਰੈਕਟਰ ਦਾ ਉਹ ਇਹ ਕੰਮ ਕਰੇਗਾ ਤੇ ਰੀਅਰ ਰੋਲ ਓਵਰ ਹੋਣ ਦੇ ਚਾਂਸ ਜਿਹੜੇ ਨੇ ਉਹ ਘੱਟ ਜਾਣਗੇ। ਹੁਣ ਆਪਾਂ ਗੱਲ ਕਰਨੀ ਓਪਰੇਟਰ ਦੀ। ਓਪਰੇਟਰ ਨੂੰ ਕੀ ਕਰਨਾ ਚਾਹੀਦਾ ਵੀ ਜੇ ਉਹ ਰੀਅਰ ਰੋਲ ਓਵਰ ਨੂੰ ਰੋਕਣਾ ਚਾਹੁੰਦਾ ਹੈ? ਪਹਿਲੀ ਗੱਲ ਕੀ ਹੈ, ਓਪਰੇਟਰ ਨੂੰ ਕੀ ਕਰਨਾ ਚਾਹੀਦਾ ਜਦੋਂ ਮਗਰ ਕੋਈ ਭਾਰ ਲੱਦਿਆ ਟਰਾਲੀ ਲੱਗੀ ਪਿੱਛੇ ਤੇ ਉਦੋਂ ਨਾ ਉਹ ਅੱਗੇ ਵੇਟ ਐਡ ਕਰ ਦੇਵੇ, ਚਾਹੇ ਉਹ ਕਾਸਟ ਆਇਰਨ ਦਾ ਵੇਟ ਹੈ, ਚਾਹੇ ਉਹ ਬੋਰੀ ਰੱਖੀ ਮਿੱਟੀ ਦੀ, ਚਾਹੇ ਉਹ ਬੋਰੀ ਰੱਖੀ ਆਲੂਆਂ ਦੀ, ਕੁਝ ਜੋ ਮਰਜ਼ੀ ਕਰਕੇ ਅੱਗੇ ਉਹ ਵੇਟ ਅਟੈਚ ਕਰ ਦੇਵੇ ਤੇ ਟਰੈਕਟਰ ਜਿਹੜਾ ਪਿੱਛੇ ਨੂੰ ਘੱਟ ਪਲਟੇਗਾ। ਬੈਕਅਪ ਸਟੀਪ ਹਿਲਸ ਐਂਡ ਡਰਾਈਵ ਫੋਰਵਰਡ ਡਾਊਨ ਸਟੀਪ ਹਿਲਸ, ਜਦੋਂ ਢਲਾਨ ਚੜ੍ਹਨੀ ਹੈ ਜਾਂ ਢਲਾਨ ਉਤਰਨੀ ਹੈ ਉਦੋਂ ਵੀ ਵੇਟ ਜਿਹੜਾ ਹੈ ਉਹ ਵੀ ਅਟੈਚ ਕਰਨਾ ਪਏਗਾ। ਉਤਰਨ ਲੱਗਿਆ ਚੜ੍ਹਨ ਲੱਗਿਆ ਅੱਗੇ ਨਹੀਂ ਐਡ ਕਰਨਾ, ਚੜ੍ਹਨ ਲੱਗਿਆ ਅੱਗੇ ਟਰੈਕਟਰ ਆਲਰੇਡੀ ਉੱਪਰ ਅਬਵ ਹੁੰਦਾ, ਠੀਕ ਹੈ। ਉਤਰਨ ਲੱਗਿਆ ਅੱਗੇ ਵੇਟ ਅਟੈਚ ਕਰਨ ਦੀ ਕੋਸ਼ਿਸ਼ ਕਰੇ ਤਾਂ ਜੋ ਟਰੈਕਟਰ ਜਿਹੜਾ ਪਿੱਛੇ ਨੂੰ ਨਾ ਪਲਟੇ। ਮਤਲਬ ਢਲਾਨ ਜਦੋਂ ਚੜ੍ਹਨੀ ਹੈ ਅਤੇ ਜਦੋਂ ਢਲਾਨ ਉਤਰਨੀ ਹੈ ਉਦੋਂ ਬਿਲਕੁਲ ਕੇਅਰਫੁਲੀ ਟਰੈਕਟਰ ਨੂੰ ਡਰਾਈਵ ਕਰਨਾ ਅਤੇ ਵੇਟ ਐਡ ਕਰਕੇ ਫੇਰ ਕਰਨਾ ਹੈ। ਹਿਚ ਲੋਡਸ ਓਨਲੀ ਟੂ ਦੀ ਡਰਾਬਾਰ ਨੈਵਰ ਅਬਵ ਦੀ ਡਰਾਬਾਰ। ਜੇ ਪਿੱਛੇ ਕੋਈ ਲੋਡ ਅਟੈਚ ਕਰਨਾ ਹੈ ਅਤੇ ਉਹ ਡਰਾਬਾਰ ਦੇ ਨਾਲ ਅਟੈਚ ਕਰਨਾ ਹੈ, ਕਦੀ ਵੀ ਡਰਾਬਾਰ ਦੇ ਉੱਪਰ ਨਹੀਂ ਵੇਟ ਅਟੈਚ ਕਰਨਾ। ਡਰਾਬਾਰ ਦੀ ਇੱਕ ਫਿਕਸਡ ਹਾਈਟ ਕਰਕੇ ਨਾ ਉਹਦੇ ਨਾਲ ਵੇਟ ਅਟੈਚ ਕਰਨਾ। ਇਹ ਨਹੀਂ ਵੀ ਤੁਸੀਂ ਡਰਾਬਾਰ ਤੋਂ ਉੱਪਰ ਵੇਟ ਅਟੈਚ ਕਰਦੇ ਜਾਓ। ਉੱਪਰ ਵੇਟ ਅਟੈਚ ਕਰਾਂਗੇ ਸੈਂਟਰ ਆਫ ਗ੍ਰੈਵਿਟੀ ਉੱਪਰ ਜਾਏਗੀ, ਸੈਂਟਰ ਆਫ ਗ੍ਰੈਵਿਟੀ ਉੱਪਰ ਜਾਏਗੀ ਅਤੇ ਟਰੈਕਟਰ ਦੀ ਸਟੇਬਿਲਿਟੀ ਜਿਹੜੀ ਹੈ ਉਹ ਘਟੇਗੀ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ।
ਬਾਕੀ ਅਸੀਂ ਨੈਕਸਟ ਲੈਕਚਰ ਡਿਸਕਸ ਕਰਾਂਗੇ।